हाँ जी, सत श्री अकाल जी साਰਿਆਂ ਨੂੰ। मैं धर्मपाल सिंह हिसाब मास्टर गवर्नमेंट हाई स्कूल पतारा विखे जॉब कर रहा हाँ। आप सब जी का इस आंकड़े 8वीं क्लास के अभ्यास 5वें ते आंकड़े का प्रबंधन क्लास दे विच तुहाडा जिहड़ा हैगा स्वागत है बेटे। विद्यार्थियों, पहले लैक्चर दे विच असीं आंकड़ियां दा प्रबंधन जो कीता सी ਉਹਦੇ ਵਿੱਚ ਅਸੀਂ ਉਹਨਾਂ ਦੀ ਥੋੜੀ ਜਾਣ ਪਛਾਣ ਕੀਤੀ ਸੀ। ਜਾਣ ਪਛਾਣ ਦਾ ਮਤਲਬ ਇਹ ਆ ਕਿ ਆંકੜਿਆਂ ਨੂੰ ਸਹੀ ਢੰਗ ਨਾਲ ਕਿਵੇਂ ਲਿਖਿਆ ਜਾ ਸਕਦਾ ਹੈ, ਆંકੜਿਆਂ ਦੇ ਚਿੱਤਰ ਜਿਹੜੇ ਹੈਗੇ ਉਹ ਛੜ ਗ੍ਰਾਫ ਰਾਹੀਂ ਆંકੜਿਆਂ ਦਾ ਇੱਕ ਚਿੱਤਰ ਰਾਹੀਂ ਗ੍ਰਾਫ ਜਿਹੜਾ ਹੈਗਾ ਉਹਨੂੰ ਕਿਵੇਂ ਦੇਖਿਆ ਜਾ ਸਕਦਾ ਹੈ। ਛੜ ਗ੍ਰਾਫ ਫਿਰ ਅਸੀਂ ਕੀਤਾ, ਫਿਰ ਅਸੀਂ ਦੋਹਰਾ ਛੜ ਗ੍ਰਾਫ ਜਿਹੜਾ ਹੈਗਾ ਉਹ ਸਮਝਿਆ ਸੀ। ਅਸੀਂ ਉਸ ਹੀ ਲੜੀ ਨੂੰ ਇਸ ਲੈਕਚਰ ਦੇ ਵਿੱਚ ਥੋੜਾ ਅੱਗੇ ਵਧਾਵਾਂਗੇ ਤੇ ਅਸੀਂ ਆંકੜਿਆਂ ਦੇ ਪ੍ਰਬੰਧਨ ਜਿਹੜਾ ਦੇ ਨਾਲ ਆંકੜਿਆਂ ਦਾ ਸੰਗਠਨ ਤੇ ਆંકੜਿਆਂ ਦਾ ਵਰਗੀਕਰਨ ਜਿਹੜਾ ਹੈਗਾ ਆ ਉਹ ਕਰਨਾ ਸਿੱਖਾਂਗੇ ਤੇ ਉਸ ਦੇ ਨਾਲ ਜੁੜੇ ਹੋਏ ਅਭਿਆਸ 5.1 ਦੇ ਸਵਾਲ ਵੀ ਕਰਾਂਗੇ। ਚਲੋ ਆਓ ਵਿਦਿਆਰਥੀਓ, ਹੁਣ ਅਸੀਂ ਪਹਿਲਾਂ ਜਿਹੜੇ ਹੈਗੇ ਆ ਥੋੜਾ 1-2 ਛੜ ਗ੍ਰਾਫ ਅਤੇ ਦੋਹਰੇ ਗ੍ਰਾਫ ਜਿਹੜੇ ਹੈਗੇ ਆ ਉਹ ਬਣਾ ਕੇ ਦੇਖ ਲਈਏ ਤੇ ਉਸ ਤੋਂ ਬਾਅਦ ਅਸੀਂ ਉਸ ਲੜੀ ਨੂੰ ਅੱਗੇ ਵਧਾਵਾਂਗੇ। आंकड़ियां दे संगठन, सब तो पहले ਅਸੀਂ आंकड़ियां ਦੇ संगठन ਦੀ ਗੱਲ ਕਰਦੇ ਹਾਂ। ਠੀਕ ਹੈ ਜੀ, आंकड़ियां ਦੇ संगठन ਤੋਂ ਭਾਵ ਕੀ ਹੈ? ਇਸ ਚੀਜ਼ ਨੂੰ ਮੈਂ ਇੱਕ ਉਦਾਹਰਨ ਦੇ ਨਾਲ ਕਰਵਾਵਾਂਗਾ ਤੇ ਨਾਲ ਦੇ ਨਾਲ ਇੱਕ ਸਵਾਲ ਵੀ ਪੂਰਾ ਹੋ ਜਾਏਗਾ। ਠੀਕ ਹੈ ਜੀ, ਅਭਿਆਸ 5.1 ਦੇ ਵੱਲ ਆਪਾਂ ਚੱਲ ਰਹੇ ਹਾਂ। ਤੁਸੀਂ ਇਹ ਦੇਖਿਓ ਕਿ ਨਾਲ ਦੇ ਨਾਲ ਸਵਾਲ ਚੱਲਣਗੇ ਤੇ ਨਾਲ ਦੇ ਨਾਲ ਮੈਂ ਤੁਹਾਨੂੰ ਉਹਨਾਂ ਚੀਜ਼ਾਂ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕਰਾਂਗਾ ਜਿਹੜੀ ਕਿ ਮੈਂ ਦੱਸਣਾ ਚਾਹੁੰਦਾ ਹਾਂ। ਠੀਕ ਹੈ ਜੀ, ਸਭ ਤੋਂ ਪਹਿਲੀ ਗੱਲ ਹੈ ਆંકੜਿਆਂ ਦਾ ਸੰਗਠਨ। ਇਸ ਆંકੜਿਆਂ ਦੇ ਸੰਗਠਨ ਨੂੰ ਸਮਝਾਉਣ ਦੇ ਲਈ ਮੈਂ ਇੱਕ ਰੋਜ਼ਮर्रा ਦੀ ਜ਼ਿੰਦਗੀ ਦੀ ਉਦਾਹਰਣ ਲੈ ਕੇ ਚੱਲਦਾ ਹਾਂ। ਇੱਕ ਡਿਪਾਰਟਮੈਂਟਲ ਸਟੋਰ ਹੈ ਜਿਸ ਦੇ ਵਿੱਚ ਇੱਕ ਪਾਰਟਿਕੂਲਰ ਦੁਕਾਨ ਹੈ ਜਿਹਦੇ ਵਿੱਚ ਇੱਕ ਸੀਸੀਟੀਵੀ ਕੈਮਰਾ ਲੱਗਿਆ ਹੋਇਆ। ਉਸ ਸੀਸੀਟੀਵੀ ਕੈਮਰੇ ਦੇ ਵਿੱਚ ਸ਼ਾਮ ਨੂੰ ਇਹ ਚੈੱਕ ਕੀਤਾ ਗਿਆ ਕਿ ਉਸ ਡਿਪਾਰਟਮੈਂਟ ਸਟੋਰ ਦੇ ਵਿੱਚ ਕਿੰਨੇ ਪੁਰਸ਼, ਕਿੰਨੀਆਂ ਔਰਤਾਂ, ਕਿੰਨੇ ਲੜਕਾ ਤੇ ਕਿੰਨੀਆਂ ਲੜਕੀਆਂ ਜਿਹੜੀਆਂ ਹੈਗੀਆਂ ਆ ਉਹ ਉਸ ਡਿਪਾਰਟਮੈਂਟਲ ਸਟੋਰ ਦੇ ਵਿੱਚ ਐਂਟਰ ਕੀਤੀਆਂ। ਮੈਂ ਆਪਣੇ ਸਵਾਲ ਦੇ ਵਾਸਤੇ ਪੁਰਸ਼ ਨੂੰ M1 ਲੈਣਾ ਜੀ, ਮੈਨ, ਔਰਤ ਨੂੰ ਵੂਮਨ W ਦੇ ਨਾਲ ਡੋਨੇਟ ਕਰਨਾ ਹੈ, ਲੜਕਾ ਜਿਹੜਾ ਹੈਗਾ ਉਹਨੂੰ B ਦੇ ਨਾਲ ਡੋਨੇਟ ਕਰਦਾ ਤੇ ਲੜਕੀ ਨੂੰ ਜਿਹੜਾ ਹੈਗਾ ਉਹ G ਦੇ ਨਾਲ ਡੋਨੇਟ ਕਰਦਾ ਹੈ। ਠੀਕ ਹੈ ਜੀ, ਮੈਂ ਹੁਣ ਕੀ ਕਰਦਾ, ਸਮਝ ਲਓ ਕਿ ਮੈਂ ਜਿਹੜਾ ਹੈਗਾ ਆ ਆंकड़ਿਆਂ ਦਾ ਜਿਹੜਾ ਹੈਗਾ ਉਹ ਬੋਲਣੇ ਸ਼ੁਰੂ ਕਰ ਦਿੱਤੇ ਤੇ ਨਾਲ ਦੇ ਨਾਲ ਮੈਂ ਲਿਖਣੇ ਵੀ ਸ਼ੁਰੂ ਕਰ ਦਿੱਤੇ। ਕਿਵੇਂ? ਜਦੋਂ ਸੀਸੀਟੀਵੀ ਕੈਮਰਾ ਔਨ ਕੀਤਾ ਗਿਆ ਮੈਨੂੰ ਇਹ ਕਿਹਾ ਗਿਆ ਹਾਂਜੀ ਪਹਿਲਾ ਪੁਰਸ਼ ਹੈ, ਦੂਸਰਾ ਵੀ ਪੁਰਸ਼ ਆਇਆ, ਫਿਰ ਵੂਮਨ ਆਈ ਆ, ਫਿਰ ਇੱਕ ਬॉय ਆਇਆ, ਫਿਰ ਇੱਕ ਗਰਲ ਐਂਟਰ ਕੀਤੀ ਆ, ਫਿਰ ਇੱਕ ਹੋਰ ਗਰਲ ਆਈ ਆ, ਫਿਰ ਬॉय ਆਇਆ, ਫਿਰ ਇੱਕ ਵੂਮਨ ਆਈ ਆ, ਫਿਰ ਇੱਕ ਵੂਮਨ ਆਈ ਆ, ਫਿਰ ਮੈਨ ਆਇਆ, ਆਦਮੀ ਆਇਆ, ਫਿਰ ਇੱਕ ਵੂਮਨ ਆਈ ਆ, ਫਿਰ ਇੱਕ ਔਰਤ ਆਈ ਆ, ਫਿਰ ਇੱਕ ਔਰਤ ਨੇ ਐਂਟਰ ਕੀਤਾ, ਫਿਰ ਇੱਕ ਬੰਦੇ ਨੇ ਐਂਟਰ ਕੀਤਾ, ਪੁਰਸ਼ ਨੇ ਐਂਟਰ ਕੀਤਾ, ਫਿਰ ਇੱਕ ਲੜਕੀ ਨੇ ਐਂਟਰ ਕੀਤਾ। ਉਸ ਤੋਂ ਬਾਅਦ ਇੱਕ ਲੜਕੇ ਨੇ ਸ਼ਾਪਿੰਗ ਕੀਤੀ, ਉਸ ਤੋਂ ਫਿਰ ਇੱਕ ਔਰਤ ਨੇ ਸ਼ਾਪਿੰਗ ਕੀਤੀ, ਫਿਰ ਇੱਕ ਮੈਨ ਨੇ ਸ਼ਾਪਿੰਗ ਕੀਤੀ, ਫਿਰ ਇੱਕ ਬॉय ਨੇ ਸ਼ਾਪਿੰਗ ਕੀਤੀ ਤੇ ਫਿਰ ਇੱਕ ਗਰਲ ਨੇ ਸ਼ਾਪਿੰਗ ਕੀਤੀ। ਉਹ ਜਿਹੜੇ ਪਾਰਟਿਕੂਲਰ ਡਿਪਾਰਟਮੈਂਟਲ ਸਟੋਰ ਸੀ ਉਸ ਸਟੋਰ ਦੇ ਵਿੱਚ ਉਸ ਦਿਨ ਦੇ ਵਿੱਚ 20 ਵਿਦਿਆਰਥੀਆਂ 20 ਇਨਸਾਨਾਂ ਨੇ 20 ਵਿਅਕਤੀਆਂ ਨੇ ਸ਼ਾਪਿੰਗ ਕੀਤੀ ਤੇ ਉਹਨਾਂ ਦੇ ਵਿੱਚ ਉਹ ਪੁਰਸ਼ ਸੀ, ਔਰਤ ਸੀ, ਲੜਕਾ ਸੀ ਕਿ ਲੜਕੀ ਸੀ, ਉਹਦੀ ਪਛਾਣ ਜਿਹੜੀ ਹੈਗੀ ਉਹ ਸੀਸੀਟੀਵੀ ਕੈਮਰੇ ਰਾਹੀਂ ਕਰ ਲਈ ਗਈ ਹੈ। ਠੀਕ ਹੈ ਜੀ, ਲੇਕਿਨ ਇਹ ਆંકੜੇ ਜਿਹੜੇ ਹੈਗੇ ਉਹ ਮੇਰੇ ਲਈ ਕੋਈ ਖਾਸ ਨਹੀਂ। ਮੈਨੂੰ ਹੁਣ ਤੁਸੀਂ ਕਹੋ ਕਿ ਸਰ ਇਹਨਾਂ ਆંકੜਿਆਂ ਦਾ ਤੁਸੀਂ ਜੀ ਕਰਕੇ ਦਿਖਾਓ ਜੀ, ਇੱਕ ਗ੍ਰਾਫ ਪਿਕਟੋਰੀਅਲ ਗ੍ਰਾਫ ਬਣਾ ਕੇ ਦਿਖਾਓ, ਤਾਂ ਮੈਂ ਨਹੀਂ ਬਣਾ ਸਕਦਾ ਵੀ ਵੱਖਰੇ ਵੱਖਰੇ ਆંકੜੇ ਨੇ। ਪਹਿਲਾਂ ਮੈਨੂੰ ਇਹਨਾਂ ਆંકੜਿਆਂ ਦਾ ਸੰਗਠਨ ਕਰਨਾ ਪਏਗਾ। ਸੰਗਠਨ ਦਾ ਮਤਲਬ ਇਹਨਾਂ ਨੂੰ ਇਕੱਠੇ ਕਰਨਾ ਪਏਗਾ। ਇਕੱਠੇ ਕਿਵੇਂ ਕੀਤੇ ਜਾ ਸਕਦੇ ਨੇ? ਸਭ ਤੋਂ ਪਹਿਲਾਂ ਮੈਂ ਇੱਥੇ ਕੀ ਕਰਾਂਗਾ, ਇੱਕ ਬਾਰੰਬਾਰਤਾ ਸਾਰਣੀ ਤਿਆਰ ਕਰਾਂਗਾ। ਠੀਕ ਹੈ ਜੀ, ਇਹਦੇ ਵਿੱਚ ਮੈਂ ਕੀ ਕਰਦਾ, ਇੱਥੇ ਲਿਖਦਾ ਜੀ ਮੈਂ ਮਿਲਾਨ ਚਿੰਨ੍ਹ, ਇਹ ਹੈਗੀ ਮੇਰੀ ਬਾਰੰਬਾਰਤਾ ਤੇ ਇੱਧਰ ਮੈਂ ਜਿਹੜਾ ਹੈਗਾ ਆ ਆਦਮੀ ਯਾਨੀ ਕਿ ਉਹ ਮੈਨ ਹੈ, ਵੂਮਨ ਹੈ, ਬॉय ਆ ਕਿ ਗਰਲ ਹੈ, ਇਹਦੇ ਬਾਰੇ ਜਿਹੜਾ ਹੈਗਾ ਆ ਉਹ ਦੱਸਾਂਗਾ। ਠੀਕ ਹੈ, ਅੱਛਾ ਪਿਆਰੇ ਵਿਦਿਆਰਥੀਓ, ਹੁਣ ਦੇਖੋ ਮੈਂ ਇਹਨੂੰ ਇੱਕ ਬਾਕਸ ਦੇ ਵਿੱਚ ਰਿਪਰੈਜ਼ੈਂਟ ਕਰ ਦਿੱਤਾ ਜਿਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਉਹਦੀ ਕੈਟਾਗਰੀ ਲਿਖ ਦਿੱਤੀ ਕਿ ਪੁਰਸ਼ ਹੈ, ਔਰਤ ਹੈ, ਲੜਕਾ ਹੈ ਕਿ ਲੜਕੀ ਹੈ।
उस तो बाद मैं मिलान चिन्ह वास्ते जगह खाली छड्ड दित्ती ते बारंबारता दे वास्ते उधर जगह खाली छड्ड दित्ती। ਉਹ ਕੀ ਹੋਏਗੀ मैं ਤੁਹਾਨੂੰ ਨਾਲ ਦੇ ਨਾਲ ਦੱਸਦਾ ਰਹਾਂਗਾ। ਸਭ ਤੋਂ ਪਹਿਲਾਂ ਮਿਲਾਨ ਚਿੰਨ੍ਹ ਦਾ ਮਤਲਬ ਇਹ ਹੈ ਕਿ ਜਦੋਂ ਵੀ ਅਸੀਂ ਇਧਰੋਂ ਮੈਂ ਕਾਊਂਟਿੰਗ ਕਰਾਂਗਾ ਮੈਨ ਕਿੱਥੇ ਹੈ ਜੀ ਇੱਥੇ, ਮੈਂ ਇੱਥੇ ਇੱਕ ਨਿਸ਼ਾਨ ਲਗਾ ਦਾਂਗਾ। ਦੂਸਰੀ ਵਾਰੀ ਫਿਰ ਮੈਨ ਆਇਆ ਜੀ, ਮੈਂ ਇੱਥੇ ਫਿਰ ਇੱਕ ਨਿਸ਼ਾਨ ਲਗਾ ਦਾਂਗਾ ਕਿੱਥੇ, ਪੁਰਸ਼ ਦੇ ਪਾਸੇ। ਤੀਸਰੇ ਨੰਬਰ ਦੇ ਵਿੱਚ ਔਰਤ ਆਏਗੀ, ਔਰਤ ਦੇ ਵਿੱਚ ਇੱਕ ਨਿਸ਼ਾਨ ਲਗਾ ਦਾਂਗਾ। ਫਿਰ ਆਇਆ ਜੀ ਲੜਕਾ, ਲੜਕੇ ਦੇ ਨਾਲ ਇੱਕ ਨਿਸ਼ਾਨ ਲਗਾ ਦਾਂਗਾ। ਫਿਰ ਆਈ ਲੜਕੀ, ਲੜਕੀ ਦੇ ਨਾਲ ਵੀ ਇੱਥੇ ਇੱਕ ਨਿਸ਼ਾਨ ਲਗਾ ਦਾਂਗਾ। ਫਿਰ ਲੜਕੀ ਹੈ ਜੀ, ਇੱਕ ਹੋਰ ਨਿਸ਼ਾਨ ਨਾਲ ਲੱਗ ਜਾਏਗਾ। ਲੜਕਾ ਹੈ ਜੀ, ਇੱਕ ਲੜਕੇ ਵਾਲੇ ਪਾਸੇ ਲੱਗ ਜਾਏਗਾ। ਫਿਰ ਔਰਤ यानी कि ये दो निशान इतने औरत वास्ते, एक पुरुष इतने पुरुष वास्ते निशान लग गया। फिर औरत 3 बार है जी, 1 2। हुण की आ विद्यार्थियों, इत्थे मैं हले इनू मैं लिखना है जी, इत्थे हले इनू मैं उत्थे लिखना। पहले मैं करना गल कर लवां, सॉरी मेरे ख्याल नाल मैं थोड़ा जिहा गलत करता। इत्थे मैं इत्थे लिखण दी बजाय इनू मैं इत्थे करना सी, ऊपर करना सी। चलो कोई गल नहीं, आप इत्थे करते हैं। ਇੱਥੇ ਹਲੇ ਮੈਂ ਇਹਨੂੰ ਸ਼ੁਰੂ ਕਰਨਾ ਵਿਦਿਆਰਥੀਓ, ਵੂਮਨ ਇਹਨੂੰ ਮੈਂ ਸਟਾਰਟ ਕਰਨਾ। ਹਲੇ ਇਹਦੇ ਵਿੱਚ ਦੇਖੋ ਸਾਡੇ ਕੋਲ ਕੀ ਹੈ ਕਿ ਇੱਥੇ ਤਾਂ ਵੂਮਨ ਜਿਹੜੀ ਔਰਤ ਹੈ ਉਹ ਤੋਂ ਪਹਿਲਾਂ 3 ਹੋ ਗਏ, ਇੱਕ ਔਰਤ ਹੋਰ ਆਪਾਂ ਇੱਥੋਂ ਚੂਜ਼ ਕੀਤੀ, ਇੱਥੇ ਹੈਗੇ 4। ਲੇਕਿਨ ਆਪਾਂ ਕੀ ਕਰਦੇ ਜਦੋਂ ਨੈਕਸਟ ਮੈਂ 5 ਕਰਨ ਲੱਗਾ ਤੇ ਗਿਣਤੀ ਇਦਾਂ ਦਾ ਕਰਾਂਗੇ ਤਾਂ ਫਿਰ ਤਾਂ ਬਹੁਤ ਲੰਬਾ ਹੋ ਜਾਏਗਾ। ਠੀਕ ਹੈ ਜੀ। ਫਿਰ ਕੀ ਕਰਦੇ ਆ, ਇਹਨੂੰ ਸੰਗਠਿਤ ਕਰਦੇ ਆ, ਉਹਨੂੰ ਇੱਕ ਬੰਚ ਬਣਾ ਦਿੰਦੇ ਆ। ਬੰਚ ਕਿਵੇਂ, ਉਹਦਾ ਇੱਕ ਗੱਠਾ ਤਿਆਰ ਕਰ ਲੈਂਦੇ। ਕਿਵੇਂ, ਇਹ 4 ਹੈ ਤੇ 5ਵੇਂ ਨੂੰ ਇਹਦੇ ਨਾਲ ਕ੍ਰਾਸ ਕਰਕੇ ਇਹਨੂੰ ਇੱਕ ਬਣਾਤਾ ਤੇ 5 ਦਾ ਇੱਕ ਜਿਹੜਾ ਬੰਚ ਤਿਆਰ ਹੋ ਗਿਆ ਉਹਨੂੰ ਇੱਥੇ ਰੱਖ ਦਿੱਤਾ ਆਪਾਂ। ਠੀਕ ਹੈ ਜੀ। ਉਸ ਤੋਂ ਬਾਅਦ ਇਹ ਵੀ ਹੋ ਗਿਆ। ਇਹ 5ਵਾਂ ਨੰਬਰ ਹੈ। 6ਵੇਂ ਨੰਬਰ 'ਚ ਫਿਰ ਔਰਤ, ਫਿਰ ਇੱਥੇ ਲਿਖਤਾ। 7ਵੇਂ ਨੰਬਰ 'ਚ ਮੈਨ, ਇੱਥੇ ਕਰ ਦਿੱਤਾ। 8ਵੇਂ ਨੰਬਰ 'ਚ ਫਿਰ ਗਰਲ, ਇੱਥੇ ਕਰ। ਲਾਸਟ ਦੇ ਵਿੱਚ ਹੈ ਜੀ ਬॉय ਨੂੰ ਬॉय ਵਾਲੀ ਕੈਟਾਗਰੀ 'ਚ, ਵੂਮਨ ਫਿਰ ਇੱਕ ਕੈਟਾਗਰੀ 'ਚ, ਫਿਰ ਮੈਨ 4 ਹੋ ਗਏ ਜੀ, 5ਵੇਂ ਨੂੰ ਕ੍ਰਾਸ ਕਰ ਦਿੱਤਾ। ਬॉय ਫਿਰ ਇੱਕ ਹੈ ਜੀ, ਗਰਲ ਫਿਰ ਇੱਕ ਹੈ ਜੀ। ਠੀਕ ਹੈ ਜੀ। ਹੁਣ ਇਹਦੇ ਵਿੱਚ ਕੀ ਆ, ਇਹ ਮਿਲਾਨ ਚਿੰਨ੍ਹ ਸਾਡੇ ਕੋਲ ਹੋ ਗਏ। ਠੀਕ ਹੈ ਜੀ। ਹੁਣ ਮਿਲਾਨ ਚਿੰਨ੍ਹ ਤੋਂ ਬਾਅਦ ਅਸੀਂ ਇਹ ਚੈੱਕ ਕਰਦੇ ਹਾਂ ਕਿ ਇਹਦੀ ਬਾਰੰਬਾਰਤਾ ਕੀ ਹੈ। ਬਾਰੰਬਾਰਤਾ ਦਾ ਮਤਲਬ ਕੀ ਹੁੰਦਾ, ਬਾਰੰਬਾਰਤਾ ਦਾ ਮਤਲਬ ਕਿਹੜੀ ਚੀਜ਼ ਬਾਰ-ਬਾਰ ਆਈ ਹੈ। ਮੈਂ ਜਦੋਂ ਵੀ ਵਿਦਿਆਰਥੀ ਨੂੰ ਪੜ੍ਹਾਉਣਾ ਮੈਂ ਉਹਨੂੰ ਸੌਖਾ ਸ਼ਬਦ ਕਰਨ ਦੀ ਕੋਸ਼ਿਸ਼ ਕਰਦਾ ਕਿ ਬਾਰੰਬਾਰਤਾ ਦਾ ਮਤਲਬ ਜਿਹੜੀ ਬਾਰ-ਬਾਰ ਆਈ ਹੈ ਚੀਜ਼। ਪੁਰਸ਼ ਕਿੰਨੀ ਵਾਰ ਆਏ ਨੇ, 4 ਤੇ 5 ਵਾਰ। ਜਿਹੜੀ ਔਰਤਾਂ ਨੇ, ਠੀਕ ਹੈ, ਮਹਿਲਾਵਾਂ ਆ, ਉਹ ਕਿੰਨੀ ਵਾਰ ਆਈਆਂ, 4 ਤੇ 5 6 7 ਵਾਰ। ਜਿਹੜੇ ਲੜਕੇ ਆ ਉਹ ਕਿੰਨੀ ਵਾਰ ਆਏ, 4 ਵਾਰ। ਤੇ ਜਿਹੜੀਆਂ ਲੜਕੀਆਂ ਉਹ ਕਿੰਨੀ ਵਾਰ ਆਈਆਂ, 4 ਵਾਰ। ਤੇ ਇਹਦਾ ਕੁੱਲ ਨਤੀਜਾ ਕਿੰਨਾ ਹੋ ਗਿਆ ਆਪਣੇ ਕੋਲ, 20, ਜਿਹੜਾ ਕਿ ਇਹਦੇ ਨਾਲ ਬਿਲਕੁਲ ਮੇਲ ਖਾਂਦਾ ਹੈ। ਠੀਕ ਹੈ। ਅੱਛਾ ਵਿਦਿਆਰਥੀਓ, ਇਹ ਦੇਖੋ ਹੁਣ ਕੀ ਹੋਇਆ। ਸਭ ਤੋਂ ਪਹਿਲਾਂ ਮੈਂ ਦੁਬਾਰਾ ਫਿਰ ਰਿਪੀਟ ਕਰਦਾ ਮੈਂ ਇੱਕ ਵਾਰੀ। ਸਾਡੇ ਕੋਲ ਇੱਕ ਆંકੜਿਆਂ ਦਾ ਸੰਗਠਨ ਕਰਨ ਦੇ ਲਈ ਇੱਕ ਡਿਪਾਰਟਮੈਂਟਲ ਸਟੋਰ ਦੀ ਅਸੀਂ ਉਦਾਹਰਣ ਲਈ, ਜਿਸ ਡਿਪਾਰਟਮੈਂਟਲ ਸਟੋਰ ਦੇ ਸੀਸੀਟੀਵੀ ਫੁਟੇਜ ਤੋਂ ਅਸੀਂ ਉਸ ਦਿਨ ਉਸ ਡਿਪਾਰਟਮੈਂਟਲ ਸਟੋਰ ਦੇ ਵਿੱਚ ਆਏ ਪੁਰਸ਼, ਔਰਤਾਂ, ਲੜਕੇ ਤੇ ਲੜਕੀਆਂ ਦੀ ਵੱਖਰੀ ਗਿਣਤੀ ਜਿਹੜੀ ਹੈਗੀ ਉਹ ਇੱਥੇ ਨੋਟ ਕਰ ਲਈ। ਕਿਵੇਂ ਨੋਟ ਕੀਤੀ, ਸਭ ਤੋਂ ਪਹਿਲੇ ਚੈੱਕ ਕੀਤਾ, ਪਹਿਲੇ ਨੰਬਰ 'ਚ ਮੈਨ, ਫਿਰ ਵੂਮਨ, ਯਾਨੀ ਕਿ ਪੁਰਸ਼ ਔਰਤ, ਲੜਕਾ ਲੜਕੀ, ਲੜਕਾ ਔਰਤ ਪੁਰਸ਼ ਐਂਡ ਸੋ ਔਨ। ਇੱਥੇ ਦਾ ਆਪਾਂ 20 ਦੇ 20 ਆંકੜੇ ਜਿਹੜੇ ਉਸ ਦਿਨ ਸੀਸੀਟੀਵੀ ਕੈਮਰੇ 'ਚ ਕੈਦ ਹੋਏ ਉਹ ਇਹ ਚੀਜ਼ ਸੀ। ਫਿਰ ਮੈਂ ਇਹ ਡਾਟੇ ਨੂੰ ਸੰਗਠਿਤ ਕਰਨਾ ਸੀਗਾ। ਸੰਗਠਿਤ ਕਰਨ ਦੇ ਲਈ ਮੈਂ ਕੀ ਕੀਤਾ, ਸਭ ਤੋਂ ਪਹਿਲਾਂ ਉਹਦੀ ਕੈਟਾਗਰੀ ਲਿਖਦੀ। ਉਹ ਕੀ ਚੀਜ਼ ਹੈ, ਉਹ ਮੈਨ ਹੈ यानी कि पुरुष है, औरत है, लड़का ते लड़की। फिर ਉਹਦੇ ਮਿਲਾਨ ਚਿੰਨ੍ਹ ਬਣਾ ਦੇ, ਫਿਰ ਬਾਰੰਬਾਰਤਾ ਉਹਦੀ ਲਿਖ ਦਿੱਤੀ। ਕਿਵੇਂ ਮਿਲਾਨ ਚਿੰਨ੍ਹ ਬਣਾਏ, ਮੈਨ ਆਇਆ ਇੱਕ ਵਾਰ ਲਿਖਤਾ, ਫਿਰ ਮੈਨ ਆਇਆ ਦੂਜੀ ਵਾਰ ਲਿਖਤਾ, ਫਿਰ ਵੂਮਨ ਐਂਡ ਸੋ ਔਨ। ਮਿਲਾਨ ਚਿੰਨ੍ਹ ਕਰਨ ਤੋਂ ਬਾਅਦ ਬਾਰੰਬਾਰਤਾ ਦੇ ਨਾਲ ਮੇਰੇ ਕੋਲ ਆ ਚੀਜ਼ ਜਿਹੜੀ ਹੈਗੀ ਹੈ ਤਿਆਰ ਹੋ ਗਈ। ਹੁਣ ਮੈਂ ਇੱਥੇ ਥੋੜਾ ਇਰੇਜ਼ ਕਰਕੇ ਦੁਬਾਰਾ ਤੁਹਾਨੂੰ ਇਸ ਚੀਜ਼ ਨੂੰ ਥੋੜਾ ਜਿਹਾ ਦੱਸਣ ਦੀ ਕੋਸ਼ਿਸ਼ ਕਰ ਰਿਹਾ। ਹੁਣ ਦੇਖੋ ਆਪਣੇ ਕੋਲ ਆਇਆ ਕੀ, ਜੇ ਅਸੀਂ ਥੋੜਾ ਜਿਹਾ ਆਪਣੇ ਪਿਛਲੇ ਪਹਿਲਾਂ ਕੀਤੇ ਹੋਏ ਸਵਾਲਾਂ ਵੱਲ ਧਿਆਨ ਦੇਈਏ ਤਾਂ ਸਾਨੂੰ ਪਤਾ ਲੱਗੇਗਾ। ਪਹਿਲਾਂ ਜਿਹੜੇ ਸਵਾਲ ਕਰਦੇ ਹੁੰਦੇ ਸੀ ਉਹਦੇ ਵਿੱਚ ਕੀ ਆਉਂਦਾ ਹੁੰਦਾ ਸੀ ਵਿਦਿਆਰਥੀਓ, ਉਹਦੇ ਵਿੱਚ ਇਹੀ ਚੀਜ਼ ਆਉਂਦੀ ਸੀ ਕਿ ਬਈ ਆਹ ਸਾਡੇ ਕੋਲ ਪਾਰਟਿਕੂਲਰ ਗਿਣਤੀ ਆ, ਇਹਦੇ ਵਿੱਚ ਆ 4 ਦਿੱਤੇ। ਜਿਹੜੇ ਮੈਨ ਹੈ ਉਹ ਕਿੰਨੇ ਨੇ ਜੀ, 5 ਨੇ। ਵੂਮਨ ਹੈ ਉਹ ਕਿੰਨੀਆਂ ਨੇ ਜੀ, 7 ਨੇ। ਜਿਹੜੇ ਬॉय ਨੇ ਉਹ ਕਿੰਨੇ ਨੇ ਜੀ, 4 ਨੇ। ਜਿਹੜੀਆਂ ਗਰਲ ਨੇ ਉਹ ਕਿੰਨੀਆਂ ਨੇ ਜੀ, 4 ਨੇ। ਸਾਡੇ ਕੋਲ ਆਹੀ ਡਾਟਾ ਆਉਂਦਾ ਸੀ। ਫਿਰ ਅਸੀਂ ਕੀ ਕਰਦੇ ਹੁੰਦੇ ਸੀਗੇ, ਇਹਦੇ ਵਿੱਚ ਅਸੀਂ ਕੀ ਕਰਦੇ ਹੁੰਦੇ ਸੀ, ਇਹਦਾ ਇੱਕ ਛੜ ਗ੍ਰਾਫ ਤਿਆਰ ਕਰਦੇ ਸੀ। ਇਸ ਤਰੀਕੇ ਨਾਲ ਛੜ ਗ੍ਰਾਫ ਤਿਆਰ ਕਰ ਲਓ ਜੀ। ਕਿਵੇਂ ਕਰਨਾ ਹੈ ਜੀ, ਇਧਰਲੇ ਪਾਸੇ ਜੀ ਗਿਣਤੀ, ਆ ਗਿਣਤੀ ਹੈ ਜੀ। इधर असी की करांगे, सब तो पहलो आदमी और पुरुष, दूजे नंबर से औरत, लड़का ते लड़की, ये चीज रख ली।
पुरुष किन्ने ने जी 5 ने, सब तो छोटी गिनती 4 है, ਇਹਦਾ मतलब ਇਹਨੂੰ ਆਪਾਂ 1 2 3 4 5 6 7 8 तक लिख सकते हैं। पुरुष किन्ने ने 5 ने, ਆਪਾਂ ਪੁਰਸ਼ਾਂ ਦੀ ਗਿਣਤੀ ਨੂੰ 5 तक कर ਦਿੱਤਾ। औरत 7 जिन्होंने डिपार्टमेंटल स्टोर ਤੇ विजिट ਕੀਤਾ 7 कर ਦਿੱਤਾ जी। लड़के 4 ने, ਇੱਥੇ तक आएगा जी 4, लड़के 4 ने ਤੇ ਲੜਕੀਆਂ ਵੀ 4 ਹੀ ਨੇ ਜਿਹੜੀਆਂ ਕਿ ਡਿਪਾਰਟਮੈਂਟਲ ਸਟੋਰ ਤੇ ਵਿਜ਼ਿਟ ਕੀਤਾ। ਸੋ ਇਸ ਢੰਗ ਦੇ ਨਾਲ ਅਸੀਂ ਦੇਖਿਆ ਕਿ ਇੱਕ ਰਫ ਡਾਟਾ ਜਿਹੜੀ ਇੱਕ ਆંકੜੇ ਸਾਨੂੰ ਬੇਤਰਤੀਬ ਆંકੜੇ ਦਿੱਤੇ ਗਏ ਸੀਗੇ, ਉਹਨਾਂ ਆંકੜਿਆਂ ਦਾ ਸਭ ਤੋਂ ਪਹਿਲਾਂ ਮੈਂ ਸੰਗਠਨ ਕੀਤਾ। ਸੰਗਠਿਤ ਆંકੜਿਆਂ ਨੂੰ ਛੜ ਗ੍ਰਾਫ ਦੇ ਵਿੱਚ ਮੈਂ ਇੱਥੇ ਤੁਹਾਡੇ ਸਾਹਮਣੇ ਦਰਸਾਇਆ ਹੈ। ਠੀਕ ਹੈ ਜੀ। ਅੱਛਾ ਵਿਦਿਆਰਥੀਓ, ਇਸ ਚੀਜ਼ ਨੂੰ ਸਮਝਣ ਦੇ ਵਾਸਤੇ ਤੁਸੀਂ ਇਹਨੂੰ ਆਪਣੇ ਲੈਵਲ ਦੇ ਵਿੱਚ ਇੱਕ ਵਾਰੀ ਘਰ ਆਪਣੀ ਕਾਪੀ ਪੈਨ ਲੈ ਕੇ ਉੱਥੇ ਵੀ ਕਰਨ ਦੀ ਕੋਸ਼ਿਸ਼ ਕਰੋ ਉਹਨਾਂ ਨੂੰ, ਫਿਰ ਤੁਹਾਨੂੰ ਜਿਹੜੀ ਇਹ ਚੀਜ਼ ਹੈ ਜਿਹੜੀ ਸਮਝ ਲੱਗੇਗੀ। ਤੇ ਅਭਿਆਸ 5.1 ਦੇ ਵਿੱਚ ਜਿਹੜੀ ਕਿ ਅੱਗੇ ਵੀ ਕਰਾਂਗੇ, ਹੁਣ ਆਪਾਂ ਕਰਾਂਗੇ, ਲੇਕਿਨ ਤੁਸੀਂ ਉਹਦੇ ਨਾਲ ਦੇ ਮਿਲਦੇ ਜੁਲਦੇ ਸਵਾਲ ਜਿਹੜੇ ਹੈਗੇ ਆ ਉਸ ਕਿਤਾਬ ਤੋਂ ਤੇ ਉਹਦੀਆਂ ਉਦਾਹਰਨਾਂ ਖਾਸ ਕਰਕੇ ਜਿਹੜੀਆਂ ਹੈਗੀਆਂ ਉਹ ਕਰਕੇ ਦੇਖੋ, ਤੁਸੀਂ ਇਸ ਚੀਜ਼ ਨੂੰ ਬਹੁਤ ਚੰਗੀ ਤਰੀਕੇ ਨਾਲ ਸਮਝੋਗੇ। ਠੀਕ ਹੈ। ਅੱਛਾ, ਹੁਣ ਅਸੀਂ ਆਨੇ ਆਪਣੇ ਨੈਕਸਟ ਛੋਟਾ ਜਿਹਾ ਟੌਪਿਕ ਹੈ। ਨੈਕਸਟ ਟੌਪਿਕ ਹੈ ਜੀ ਸਾਡੇ ਕੋਲ, ਇਹ ਤਾਂ ਹੋ ਗਿਆ ਜੀ ਆંકੜਿਆਂ ਦਾ ਸੰਗਠਨ। हर बार आंकड़ियों का संगठन नहीं किया जा सकता। क्यों नहीं किया जा सकता उसका कारण मैं तुहानू दसदा। ठीक है जी। आंकड़ियों का संगठन हर बार नहीं किया जा सकता। उसका कारण है जदों साडे कोल गिनती वध जाएगी फिर मैं की करांगा। ठीक है जी। गिनती वध के 2 4 5 10 20 की 50 तक चल जाती है, फिर मैं की करांगा। मान लो मैं इत्थे आंकड़ियों का, हुण मैं पहले नैक्सट टॉपिक दसवां, इस आंकड़ियों का संगठन हुण कर रहा आंकड़ियों का वर्गीकरण। आंकड़ियां का जो वर्गीकरण हुण मैं कर रहा हां, ਉਹ ਕੀ ਚੀਜ਼ ਹੈ? ਆंकड़ਿਆਂ ਦਾ ਵਰਗੀਕਰਨ ਦਾ ਮਤਲਬ ਇਹ ਹੁੰਦਾ ਕਿ ਜਦੋਂ ਆंकड़े ਸਾਡੇ ਕੋਲ ਬਹੁਤ ਜ਼ਿਆਦਾ ਵੱਧ ਜਾਣ। ਠੀਕ ਹੈ। ਮੰਨ ਲਓ ਤੁਹਾਡੇ ਕੋਲ ਉਸੇ ਡਿਪਾਰਟਮੈਂਟਲ ਸਟੋਰ ਹੈ, ਇੱਕ ਟਾਊਨ ਹੈ, ਇੱਕ ਵੱਡਾ ਟਾਊਨ ਹੈ, ਉਹਦੇ ਵਿੱਚ ਤੁਹਾਡੇ ਕੋਲ 40 ਡਿਪਾਰਟਮੈਂਟਲ ਸਟੋਰ ਨੇ। ਠੀਕ ਹੈ। 40 ਡਿਪਾਰਟਮੈਂਟਲ ਸਟੋਰ ਨੇ, 40 ਗਿਣਤੀ ਕਰ ਲਿਖ ਦਿੰਦਾ ਇੱਥੇ ਮੈਂ, 40 ਡਿਪਾਰਟਮੈਂਟਲ ਸਟੋਰ ਨੇ। ਤੁਹਾਨੂੰ ਇਹ ਪੁੱਛਿਆ ਗਿਆ ਕਿ ਹਰੇਕ ਡਿਪਾਰਟਮੈਂਟਲ ਸਟੋਰ ਜਾਂ ਹਰੇਕ ਦੁਕਾਨ ਦੇ ਵਿੱਚ ਇੱਕ ਪਾਰਟਿਕੂਲਰ ਦਿਨ ਦੇ ਵਿੱਚ ਕਿੰਨੇ ਬੰਦੇ ਜਿਹੜੇ ਹੈਗੇ ਆ ਉਹ ਐਂਟਰ ਕੀਤੇ ਹੈਗੇ ਆ। ਠੀਕ ਹੈ ਜੀ। ਜਾਂ ਕੋਈ ਵੀ ਹੋਰ ਆंकड़ा ਜਿਹੜਾ ਤੁਸੀਂ ਆਪਣੇ ਲੈਵਲ ਦੇ ਉੱਤੇ ਠੀਕ ਸਮਝਦੇ ਹੋ ਕਿ ਉਹਨੂੰ ਕਿਵੇਂ ਕੀਤਾ ਜਾ ਸਕਦਾ। ਅਸੀਂ ਕੀ ਕਰਦੇ ਆ, ਅਸੀਂ ਉਹ ਆंकड़ा ਲਿਖਣ ਦੀ ਕੋਸ਼ਿਸ਼ ਕਰਦੇ ਆ ਕਿ ਕਿਸੇ ਦੁਕਾਨ ਦੇ ਵਿੱਚ 20 ਜਾਣੇ ਗਏ, ਕਿਸੇ 'ਚ 25 ਗਏ, ਕਿਸੇ 'ਚ 21, ਕਿਸੇ 'ਚ 30, 28, 10। ठीक है जी। फिर 5, फिर 17। ठीक है। उस तो बाद असं करते हैं जी 5 0 12 21 31, एक दे विच 40 भी गए। अगला भी वधिया चलता सी, उच्चे भी जिहड़े हैगे 40 गए ने, उस तो अगले दे विच 20 गए ने। फिर 32 31 30 25 24 5 8 7। ठीक है। ਅਸੀਂ ਕੀ ਕੀਤਾ, ਅਸੀਂ 8 8 30 24 ਆंकड़े ਜਿਹੜੇ ਹੈਗੇ ਆ ਅਸੀਂ ਇਹ ਚੱਕ ਲਏ। ਕੁੱਲ ਆंकड़े ਕਿੰਨੇ ਨੇ? 24 ਆंकड़े ਅਸੀਂ ਚੱਕ ਲਏ। ਹੁਣ ਇਹ ਜਿਹੜੇ 24 ਆंकड़े ਨੇ, ਮੈਂ ਹੁਣ ਮਤਲਬ ਮੈਂ ਇਹ ਦੱਸਣਾ ਚਾਹੁੰਦਾ ਕਿ ਬਈ ਮੈਨੂੰ ਇਹ ਦੱਸਿਆ ਜਾਵੇ ਕਿ ਬਈ 10 ਤੋਂ ਘੱਟ ਜਿਹੜੇ ਕਸਟਮਰ ਹੈ ਉਹ ਕਿੰਨੀਆਂ ਦੁਕਾਨਾਂ 'ਚ ਗਏ, 40 ਕਸਟਮਰ ਕਿੰਨੀਆਂ ਦੁਕਾਨਾਂ 'ਚ ਗਏ, 20 ਕਸਟਮਰ ਕਿੰਨੀਆਂ ਦੁਕਾਨਾਂ 'ਚ ਗਏ, ਥੋੜਾ ਮੁਸ਼ਕਿਲ ਹੋ ਜਾਏਗਾ ਦੱਸਣਾ। ਠੀਕ ਹੈ ਜੀ। ਸੋ ਇਸ ਦੇ ਲਈ ਇਹਨਾਂ ਸਵਾਲਾਂ ਦੇ ਲਈ ਜਦੋਂ ਆंकड़े ਜਿਹੜੇ ਹੈਗੇ ਕੱਲੇ ਹੁਣ ਦੇਖੋ, ਮੰਨ ਲਓ ਇਹ ਕਿਹਾ ਜਾਵੇ ਕਿ ਕਿੰਨੀਆਂ ਦੁਕਾਨਾਂ ਦੇ ਵਿੱਚ ਜੀ 0 ਕਸਟਮਰ ਗਿਆ, ਫਿਰ ਲੱਭਣਾ ਪਏਗਾ ਕਿੰਨੀਆਂ ਦੁਕਾਨਾਂ 'ਚ 1 ਕਸਟਮਰ ਗਿਆ, ਇਦਾਂ ਕਰਕੇ 40 ਦੀ 40 ਦੁਕਾਨਾਂ ਦੀ ਗਿਣਤੀ ਆ ਜਾਏਗੀ। ਠੀਕ ਹੈ। ਇਸ ਕਰਕੇ ਅਸੀਂ ਉਸ ਹਾਲਤ ਦੇ ਵਿੱਚ ਕੀ ਕਹਿੰਦੇ ਆ ਕਿ ਅੱਛਾ ਇਹ ਦੱਸੋ ਜੀ 5 ਤੋਂ ਘੱਟ ਕਸਟਮਰ ਕਿੰਨੀਆਂ ਦੁਕਾਨਾਂ 'ਚ ਗਏ, 10 ਤੋਂ ਘੱਟ ਕਸਟਮਰ ਕਿੰਨੀਆਂ ਦੁਕਾਨਾਂ 'ਚ ਗਏ, 20 ਤੋਂ ਘੱਟ ਕਸਟਮਰ ਕਿੰਨੀਆਂ ਦੁਕਾਨਾਂ 'ਚ ਗਏ। ਇਹੀ ਚੀਜ਼ ਆਪਾਂ ਕਰਦੇ ਹਾਂ। तो इस चीज ਨੂੰ ਕਰਦੇ ਵਰਗੀਕਰਨ। ਵਰਗੀਕਰਨ ਦਾ ਮਤਲਬ ਜਦੋਂ ਆਪਾਂ ਆंकड़ਿਆਂ ਦੇ ਵਰਗ ਬਣਾ ਲੈਂਦੇ ਆ। ਠੀਕ ਹੈ ਜੀ। ਕਿ ਇਸ ਵਰਗ ਦੇ ਬੱਚੇ ਜਾਂ ਇਸ ਵਰਗ ਦੇ ਕਸਟਮਰ ਜਿਹੜੇ ਇੱਕ ਜਗ੍ਹਾ ਆਣਗੇ, ਦੂਜੀ ਵਰਗ ਦੇ ਦੂਜੀ ਜਗ੍ਹਾ ਆਣਗੇ। ਕਿਵੇਂ ਬਣਨਗੇ? ਇਹਦੇ ਵਿੱਚ ਸਭ ਤੋਂ ਛੋਟੀ ਸੰਖਿਆ 0 ਹੈ ਤੇ ਸਭ ਤੋਂ ਵੱਡੀ ਸੰਖਿਆ 40 ਹੈ। ਠੀਕ ਹੈ ਜੀ। ਮੈਂ ਕੀ ਕਰਦਾ, 0 ਤੇ 40 ਦੇ ਵਿਚਕਾਰ ਇੱਥੇ ਮੈਂ ਇੱਕ ਸਾਈਡ ਤੇ ਥੋੜੀ ਜਿਹੀ ਜਗ੍ਹਾ ਬਣਾ ਦਿੰਦਾ। 0 ਤੋਂ ਲੈ ਕੇ 40 ਤੱਕ ਦੇ ਆंकड़े ਮੈਨੂੰ ਚਾਹੀਦੇ ਨੇ। ਠੀਕ ਹੈ। ਹੁਣ ਮੈਂ ਕੀ ਕਰ ਰਿਹਾ, ਮੈਂ ਦੁਬਾਰਾ ਫਿਰ ਉਹੀ ਕੰਮ ਕਰਾਂਗਾ, ਮਿਲਾਨ ਚਿੰਨ੍ਹ ਵਾਲਾ। ਠੀਕ ਹੈ ਜੀ। ਮੈਂ ਇਹਦੇ ਵਿੱਚ ਥੋੜਾ ਜਿਹਾ ਕੰਮ ਸੌਖਾ ਕਰ ਰਿਹਾ ਹਾਂ, ਤੁਸੀਂ ਆਪਣੇ ਲੈਵਲ ਦੇ ਉੱਤੇ ਜਿੰਨਾ ਮਰਜ਼ੀ ਚੱਲ। ਮੈਂ ਇਹਨੂੰ 4 ਹਿੱਸੇ 'ਚ ਵੰਡ ਲਿਆ।
0 ਤੋਂ ਲੈ ਕੇ 10, 10 ਤੋਂ ਲੈ ਕੇ 20, 20 ਤੋਂ ਲੈ ਕੇ 30, 30 ਤੋਂ ਲੈ ਕੇ 40। ਇਹ ਮੇਰਾ ਵਰਗ ਅੰਤਰਾਲ ਆ ਗਿਆ। ਠੀਕ ਹੈ ਜੀ। ਇਹਦੇ ਵਿੱਚ ਮੈਂ ਦੂਸਰੇ ਨੰਬਰ 'ਚ ਲਿਖ ਦਿੰਦਾ ਜੀ ਮਿਲਾਨ ਚਿੰਨ੍ਹ, ਤੇ ਤੀਸਰੇ ਨੰਬਰ 'ਚ ਮੇਰੇ ਕੋਲ ਆ ਗਈ ਬਾਰੰਬਾਰਤਾ। ਜਿਹੜੀ ਮੇਰੇ ਕੋਲ ਤੀਸਰੇ ਨੰਬਰ ਬਾਰੰਬਾਰਤਾ ਆਈ। ਹੁਣ ਦੇਖੋ ਕੀ ਹੋਏਗਾ ਜੀ, ਧਿਆਨ ਨਾਲ ਲਿਖਿਓ। ਮਿਲਾਨ ਚਿੰਨ੍ਹ ਕਿਹੜੇ ਆਣਗੇ ਇੱਥੇ? ਇੱਥੇ 10 ਇੱਥੇ ਵੀ ਹੈਗਾ ਤੇ ਇੱਥੇ ਵੀ ਆ। ਮੰਨ ਲਓ ਆ 10 ਹੈ, ਇਹਨੂੰ ਮੈਂ ਇੱਥੇ ਲਿਖਾਂਗਾ ਕਿ ਇੱਥੇ ਲਿਖਾਂਗਾ? ਤਾਂ ਇੱਕ ਗੱਲ ਯਾਦ ਰੱਖੋ, ਜਿਹੜੀ ਇਹਦੇ ਵਿੱਚ ਕਦੀ ਵੀ ਆ ਵਰਗ ਅੰਤਰਾਲ ਹੁੰਦੇ ਨੇ, ਇਹਦੇ ਵਿੱਚ ਜਿਹੜੀ ਇਹਦੀ ਲੋਅਰ ਲਿਮਿਟ ਜਿਹੜੀ ਕਿ ਜਿਹੜਾ ਹੇਠਲਾ ਹਿੱਸਾ ਆ ਉਹਨੂੰ ਹੀ ਲਿਖਿਆ ਜਾਂਦਾ ਆ, ਉੱਪਰਲੇ ਹਿੱਸੇ ਨੂੰ ਨਹੀਂ ਲਿਖਿਆ ਜਾਂਦਾ। ਇਹਦਾ ਮਤਲਬ 0 ਤੇ 10 ਦੇ ਵਿੱਚ 0 ਤੋਂ ਲੈ ਕੇ 10 ਤੱਕ 10 ਇੱਥੇ ਨਹੀਂ ਲਿਖਿਆ ਜਾਏਗਾ, 10 ਇੱਥੇ ਨਹੀਂ ਲਿਖਿਆ ਜਾਏਗਾ, 10 ਇੱਥੇ ਲਿਖਿਆ ਜਾਏਗਾ, 20 ਇੱਥੇ ਨਹੀਂ ਲਿਖਿਆ ਜਾਏਗਾ, 20 ਨੂੰ ਇੱਥੇ ਲਿਖਿਆ ਜਾਏਗਾ, 30 ਇੱਥੇ ਨਹੀਂ ਲਿਖਿਆ ਜਾਏਗਾ, 30 ਨੂੰ ਇੱਥੇ ਲਿਖਿਆ ਜਾਏਗਾ, 40 ਨੂੰ ਇੱਥੇ ਨਹੀਂ ਲਿਖਿਆ ਜਾਏਗਾ, 40 ਤੋਂ 50 ਦੀ ਕੈਟਾਗਰੀ ਦੇ ਵਿੱਚ ਲਿਖਿਆ ਜਾਏਗਾ। ਠੀਕ ਹੈ ਜੀ। ਯਾਨੀ ਕਿ 40 ਜਿਹੜੇ ਹੈਗੇ 40 ਤੋਂ 50 ਦੀ ਕੈਟਾਗਰੀ 'ਚ ਆਉਣਗੇ। ਠੀਕ ਹੈ ਜੀ। ਚਲੋ ਅਸੀਂ ਕੀ ਕਰਦੇ ਹਾਂ, ਅਸੀਂ ਇਨ ਬਿਟਵੀਨ ਇੱਕ ਦਾ ਹੋਰ ਕਰ ਲੈਂਦੇ ਆ, ਇਹਨੂੰ ਅਸੀਂ ਇਦਾਂ ਕਰਦੇ, ਇਹਨੂੰ 42 ਲਿਖ ਦਿੰਦੇ ਆ। ਠੀਕ ਹੈ, ਤਾਂ ਕਿ ਤੁਸੀਂ ਉਹ ਚੀਜ਼ ਨੂੰ ਕਲੀਅਰ ਕਰ ਸਕੋ ਥੋੜਾ ਜਿਹਾ। ਠੀਕ ਹੈ। ਆંકੜੇ ਜਿਹੜੇ ਹੈਗੇ ਉਹ 24 ਰੱਖੇ, ਮੈਂ 12 ਦੀ ਜਗ੍ਹਾ 42 ਕਰਤਾ। ਕਿਉਂ ਕਰਤਾ? ਕਿਉਂਕਿ ਇਹ ਵੀ ਇੱਕ ਨਾ ਰਹਿ ਜਾਵੇ ਇਕੱਲਾ, ਇਸ ਕਰਕੇ ਸਮਝਣ ਵਾਸਤੇ ਕੀਤਾ ਮੈਂ। ਹੁਣ ਕਰਦੇ ਹਾਂ ਜੀ ਸ਼ੁਰੂ ਅਸੀਂ 0 ਤੋਂ ਲੈ ਕੇ 10 ਤੱਕ। ਹੁਣ ਬੰਦਾ ਨਾ ਗਿਣਨ ਲੱਗ ਹੋਵੇ 1 2 ਤੇ ਬੇਵਕੂਫੀ ਕੁਝ ਨਹੀਂ ਦੱਬਣਾ। ਮਿਲਾਨ ਚਿੰਨ੍ਹ ਦਾ ਮਤਲਬ ਨਹੀਂ ਦਾ ਪਹਿਲਾ 20 ਕਿੱਥੇ ਆਏਗਾ ਜੀ? ਹੇਠਲੇ ਜੀ, ਲਿਖਤਾ ਜੀ। 25 20 ਤੋਂ 30 ਦੇ ਵਿਚਕਾਰ ਹੈ ਜੀ, ਲਿਖਤਾ ਜੀ। 21 20 ਤੋਂ 30 ਦੇ ਵਿਚਕਾਰ ਹੈ ਜੀ, ਲਿਖਤਾ ਜੀ। 30 ਜਿਹੜਾ 30 ਤੋਂ 40 ਦੇ ਵਿਚਕਾਰ ਹੈ ਜੀ। 28 ਇਹ 20 ਤੋਂ 30 ਦੇ ਵਿਚਕਾਰ ਹੈ ਜੀ। 10 ਜਿਹੜਾ ਹੈਗਾ ਉਹ ਦੂਜੇ ਨੰਬਰ ਦੇ ਵਿੱਚ ਆਏਗਾ ਜੀ। 5 ਪਹਿਲੇ ਨੰਬਰ 'ਚ ਆਏਗਾ ਜੀ। 17 ਜਿਹੜਾ ਹੈਗਾ ਉਹ 10 ਤੋਂ 20 ਦੇ ਵਿਚਕਾਰ ਆਏਗਾ ਜੀ। 5 ਫਿਰ 0 ਤੋਂ 10 ਦੇ ਵਿਚਕਾਰ ਆਏਗਾ। 0 ਇਹ ਵੀ 0 ਤੋਂ 10 ਦੇ ਵਿਚਕਾਰ ਆਏਗਾ। 42 40 ਤੋਂ 50 ਦੇ ਵਿਚਕਾਰ ਆਏਗਾ। 21 ਜਿਹੜਾ ਹੈਗਾ ਉਹ 20 ਤੋਂ 30 ਦੇ ਵਿਚਕਾਰ ਆਏਗਾ। 31 ਜਿਹੜਾ ਹੈਗਾ ਉਹ 30 ਤੋਂ 40 ਦੇ ਵਿਚਕਾਰ ਆਏਗਾ। 40 ਜਿਹੜਾ ਹੈਗਾ ਉਹ 40 ਤੋਂ 50 ਦੇ ਵਿਚਕਾਰ ਆਏਗਾ। ਫਿਰ 40 ਉਹ ਵੀ 40 ਤੋਂ 50 ਦੇ ਵਿਚਕਾਰ ਆਏਗਾ। ਫਿਰ ਆਂਦਾ 20 ਜਿਹੜਾ ਹੈਗਾ ਉਹ 20 ਤੋਂ 30 ਦੇ ਵਿਚਕਾਰ ਆਏਗਾ। ਫਿਰ ਆਂਦਾ 32 ਜਿਹੜਾ ਹੈਗਾ ਉਹ ਤੁਹਾਡੇ ਕੋਲ 30 ਤੋਂ 40 ਦੇ ਵਿਚਕਾਰ ਆਏਗਾ। ਫਿਰ ਆਂਦਾ 31 ਵੀ 30 ਤੋਂ 40 ਦੇ ਵਿਚਕਾਰ ਆਂਦਾ। ਫਿਰ 30 ਵੀ ਜਿਹੜਾ ਹੈਗਾ ਉਹ 30 ਤੋਂ 40 ਦੇ ਵਿਚਕਾਰ ਆਂਦਾ। ਮੈਂ ਕ੍ਰੋਸ ਕਿਉਂ ਕੀਤਾ? ਕਿਉਂਕਿ 5 ਪੂਰੇ ਹੋ ਗਏ। 25 ਕਿੱਥੇ ਆਏਗਾ ਜੀ? 20 ਤੋਂ 30 ਦੇ ਵਿਚਕਾਰ। ਠੀਕ ਹੈ ਜੀ। ਉਸ ਤੋਂ ਬਾਅਦ ਆਂਦਾ 24 ਵੀ 20 ਤੋਂ 30 ਦੇ ਵਿਚਕਾਰ। ਫਿਰ ਆਂਦਾ ਜੀ 5 ਆਏਗਾ 0 ਤੋਂ 10 ਦੇ ਵਿਚਕਾਰ। ਫਿਰ ਆਏਗਾ ਜੀ 8 ਵੀ ਜਿਹੜਾ ਹੈਗਾ ਉਹ 0 ਤੋਂ 10 ਦੇ ਵਿਚਕਾਰ ਆਏਗਾ। ਫਿਰ ਲਾਸਟ ਦੇ ਵਿੱਚ ਹੈ ਜੀ ਸਾਡੇ ਕੋਲ 7 ਵੀ ਜਿਹੜਾ ਹੈਗਾ 0 ਤੋਂ 10 ਦੇ ਵਿਚਕਾਰ ਹੈ। ਸੋ ਮੇਰੇ ਕੋਲ ਮਿਲਾਨ ਚਿੰਨ੍ਹ ਬਣ ਗਏ ਨੇ। ਮੈਂ ਹੁਣ ਇਹਦੀ ਬਾਰੰਬਾਰਤਾ ਜਿਹੜੀ ਹੈਗੀ ਉਹ ਸਜਾ ਕੇ ਦੇਖਣਾ ਹੈ। ਇਹ ਹੈਗਾ ਜੀ 5 ਤੇ 1 6, ਇਹ ਆ ਗਿਆ ਜੀ 2, ਇਹ ਆ ਗਿਆ ਜੀ 5 6 7 8, ਇਹ ਆ ਗਿਆ ਜੀ 8, ਇਹ ਆ ਗਿਆ ਜੀ 5 ਤੇ ਇਹ ਲਾਸਟ ਦੇ ਵਿੱਚ ਆ ਗਿਆ ਸਾਡੇ ਕੋਲ 3। ਠੀਕ ਹੈ ਜੀ। ਤੇ ਇਹਨੂੰ ਆਪਾਂ ਕਾਊਂਟ ਕਰਕੇ ਦੇਖ ਲਾਂਗੇ ਤਾਂ ਸਾਡੇ ਕੋਲ ਜਿਹੜਾ ਟੋਟਲ ਹੈ ਉਹ ਬਣ ਜਾਏਗਾ ਜੀ 24 ਜਿਹੜਾ ਹੈਗਾ ਉਹਦਾ ਟੋਟਲ ਬਣ ਜਾਏਗਾ। ਕਲੀਅਰ ਹੈ ਵਿਦਿਆਰਥੀਓ? ਸੋ ਇਹ ਸਾਡੇ ਕੋਲ ਇਹਦੀ ਹੁਣ ਦੇਖੋ ਸਾਡੇ ਕੋਲ ਕੀ ਬਣਿਆ। ਸਾਡੇ ਕੋਲ ਇੱਕ ਗਰੁੱਪ ਡਾਟਾ ਆ ਗਿਆ। ਗਰੁੱਪ ਡਾਟਾ ਮਤਲਬ ਵਰਗੀਕਰਨ ਜਦੋਂ ਆਪਾਂ ਕੀਤਾ ਉਹਦਾ ਤੇ ਉਹਦੇ ਗਰੁੱਪ ਬਣ ਗਏ, ਗਰੁੱਪ ਦੇ ਨਾਲ ਸੰਬੰਧਿਤ ਆ ਗਿਆ। ਹੁਣ ਮੇਰੇ ਕੋਲ ਇਹ ਵਾਲਾ ਜਿਹੜਾ ਮੇਰੇ ਕੋਲ ਰਫ ਡਾਟਾ ਸੀਗਾ, ਇਹ ਡਾਟੇ ਨੂੰ ਵਧੀਆ ਢੰਗ ਦੇ ਨਾਲ ਮੈਂ ਲਿਖ ਕੇ ਕੀ ਕਰ ਦਿੱਤਾ 0 ਤੋਂ ਲੈ ਕੇ 10 ਤੱਕ 6, 10 ਤੋਂ ਲੈ ਕੇ 20 ਤੱਕ 2, 20 ਤੋਂ ਲੈ ਕੇ 30 ਤੱਕ 8, 30 ਤੋਂ ਲੈ ਕੇ 40 ਤੱਕ 5 ਤੇ 40 ਤੋਂ ਲੈ ਕੇ 50 ਤੱਕ 3। ਅੱਛਾ, ਮੈਨੂੰ ਹੁਣ ਪੁੱਛਿਆ ਗਿਆ ਕਿ ਬਈ ਕਿੰਨੇ ਡਿਪਾਰਟਮੈਂਟਲ ਸਟੋਰਸ ਹੋਗੇ ਜਿਹੜੇ ਬਹੁਤ ਵਧੀਆ ਚੱਲੇ ਨੇ। ਠੀਕ ਹੈ ਜੀ। ਜਿਹਨਾਂ 'ਚ ਗਿਣਤੀ ਬੜੀ ਵਧੀਆ ਰਹੀ ਆ। ਵੀ 40 ਤੋਂ 50 ਵਾਲੇ ਤਾਂ 3 ਹੀ ਸੀਗੇ ਜਿਹੜੇ ਪਪੂਲਰ ਸੀਗੇ, ਜਿੱਥੇ ਚੱਲੇ, ਜਿੱਥੇ ਇੱਕ ਦਿਨ ਦੇ ਵਿੱਚ 40 ਤੋਂ 50 ਕਸਟਮਰ ਜਿਹੜੇ ਹੈਗੇ ਉਹ ਆਏ ਨੇ। ਠੀਕ ਹੈ। ਕਿਹੜੇ ਸੀਗੇ ਜਿਹੜੇ ਬਿਲਕੁਲ ਹੀ ਬਹੁਤ ਘੱਟ ਚੱਲੇ, ਵਿਚਾਰਿਆਂ ਦੀ ਬੋਣੀ ਵੀ ਨਹੀਂ ਹੋਈ ਏਦਾਂ ਕਹਿ ਲਓ। 0 ਤੋਂ ਲੈ ਕੇ 10 ਤੱਕ ਯਾਨੀ ਕਿ 6 ਇਦਾਂ ਦੀਆਂ ਦੁਕਾਨਾਂ ਸੀ ਜਿੱਥੇ ਸਿਰਫ ਪੂਰੇ ਦਿਨ ਦੇ ਵਿੱਚ 10 ਕਸਟਮਰ ਆਏ ਨੇ। ਮੈਕਸਿਮਮ ਉਹਨਾਂ ਵਿੱਚੋਂ 0 ਵੀ ਹੋ ਸਕਦੇ ਨੇ ਤੇ 9 ਵੀ ਹੋ ਸਕਦੇ ਨੇ। ਠੀਕ ਹੈ ਜੀ। ਸੋ ਇਹ ਮੇਰੇ ਕੋਲ ਇੱਕ ਜਿਹੜਾ ਹੈਗਾ ਆ ਇੱਕ ਡਾਟਾ ਤਿਆਰ ਹੋ ਗਿਆ ਜਿਹੜਾ ਕਿ ਆંકੜਿਆਂ ਦਾ ਪ੍ਰਬੰਧਨ ਹੈ ਅਸਲ ਦੇ ਵਿੱਚ। ਠੀਕ ਹੈ ਜੀ। ਹੁਣ ਕੀ ਕਰਦੇ ਆ, ਇਹਨੂੰ ਥੋੜਾ ਜਿਹਾ ਹੋਰ ਕਰਨ ਦੀ ਕੋਸ਼ਿਸ਼ ਕਰਦੇ ਆ। ਮੈਂ ਜਿਹੜਾ ਇਹਨੂੰ ਇਰੇਜ਼ ਕਰ ਲਵਾਂ ਇੱਥੋਂ। ਠੀਕ ਹੈ। ਅੱਛਾ ਵਿਦਿਆਰਥੀਓ, ਹੁਣ ਆਪਾਂ ਕੀ ਕਰਦੇ ਆ, ਇਸ ਚੀਜ਼ ਨੂੰ ਇੱਥੇ ਥੋੜਾ ਜਿਹਾ ਡਰਾ ਕਰਨ ਦੀ ਕੋਸ਼ਿਸ਼ ਕਰਦੇ ਆ। ਠੀਕ ਹੈ ਜੀ। ਇਹਦੇ ਵਿੱਚ ਫਿਰ ਜਿਹੜਾ ਵਰਗ ਅੰਤਰਾਲ ਹੈ 0 ਤੋਂ ਲੈ ਕੇ 10, ਇੱਥੇ 10 ਆ ਗਿਆ ਜੀ। 10 ਤੋਂ ਲੈ ਕੇ 20, 20 ਤੋਂ ਲੈ ਕੇ 30, 30 ਤੋਂ ਲੈ ਕੇ 40 ਤੇ 40 ਤੋਂ ਲੈ ਕੇ 50।
इधर गिनती फिर वही है जी, आप इतने मतलब 6 8 तक ही आप 1 2 3 4 5 6 7 8 9 ਤੇ 10 ਜਿਹੜੀ ਹੈਗੀ ਆ गिनती ਇੱਥੇ ਲਿਖ ਦਿੰਦੇ ਆ। ठीक है विद्यार्थियों, ਹੁਣ ਕੀ ਕਰਾਂਗੇ ਆਪਾਂ 0 ਤੋਂ ਲੈ ਕੇ 10 ਤੱਕ ਜਿਹੜੇ ਹੈਗੇ ਆ ਉਹ ਕਿੰਨੇ ਨੇ 6 ਨੇ। 0 ਤੋਂ ਲੈ ਕੇ 10 ਤੱਕ 0 ਤੋਂ ਲੈ ਕੇ 10 ਤੱਕ ਕਿੰਨੇ ਬੰਦੇ ਆਏ ਨੇ 6 ਬੰਦੇ ਆਏ ਨੇ। ਆਪਾਂ ਇੱਥੇ 6 ਵਾਲੇ 6 ਨੂੰ ਮਿਲਾਨ ਕਰ ਦਿੱਤਾ ਹੈਗਾ, ਇਦਾਂ ਕਰ ਦਿੱਤਾ। ਠੀਕ ਹੈ ਜੀ, ਹੁਣ 10 ਤੋਂ ਲੈ ਕੇ 20 ਤੱਕ ਕਿੰਨੇ ਨੇ ਸਿਰਫ 2 ਕਸਟਮਰ ਆਏ ਜੀ। 20 ਤੋਂ ਲੈ ਕੇ 30 ਤੱਕ ਕਸਟਮਰ ਕਿੰਨੀਆਂ ਦੁਕਾਨਾਂ ਤੇ ਆਏ ਆ 8 ਦੁਕਾਨਾਂ ਤੇ, ਇਹਨੂੰ 8 ਤੱਕ ਲੈ ਜਾਓ। 30 ਤੋਂ ਲੈ ਕੇ 40 ਤੱਕ ਕਸਟਮਰ 5 ਦੁਕਾਨਾਂ ਤੇ ਆਏ ਆ ਜੀ। ਠੀਕ ਹੈ ਜੀ, ਇਹਨੂੰ 5 ਤੱਕ ਲੈ ਜਾਓ। 40 ਤੋਂ ਲੈ ਕੇ 50 ਤੱਕ 3 ਕਸਟਮਰ 3 ਦੁਕਾਨਾਂ ਦਾ, ਇਹਨੂੰ ਇੱਥੇ ਰੱਖ ਲੈ ਜਾਓ। ਠੀਕ ਹੈ ਜੀ, ਸੋ ਇਹ ਜਿਹੜਾ ਹੈਗਾ ਆ ਇਹ ਛੜ ਗ੍ਰਾਫ ਤੋਂ ਜਿਹੜਾ ਹੈਗਾ ਇਹ ਵੱਖਰਾ ਜਿਹੜਾ ਹੈਗਾ ਸਾਡੇ ਕੋਲ ਗ੍ਰਾਫ ਜਿਹੜਾ ਬਣਦਾ ਆ, ਇਹ ਹੁੰਦਾ ਬਾਰ ਗ੍ਰਾਫ ਇੱਕ ਵੱਖਰੇ ਢੰਗ ਦੇ ਨਾਲ, ਬਾਰ ਗ੍ਰਾਫ ਵੱਖਰੇ ਢੰਗ ਦੇ ਨਾਲ ਲਿਖਣ ਦਾ ਜਿਹੜਾ ਹੈਗਾ ਆ ਉਹ ਇਹ ਤਰੀਕਾ ਹੁੰਦਾ ਆ। ਇਹਦੇ ਵਿੱਚ ਜਿਹੜਾ ਹੈਗਾ ਆ ਅਸੀਂ ਇੱਕ ਗਰੁੱਪ ਬਣਾ ਕੇ ਜਿਹੜਾ ਹੈਗਾ ਉਹ ਡਾਟੇ ਨੂੰ ਕਰ ਸਕਦੇ ਆ। ਕਦੋਂ ਕਰ ਸਕਦੇ ਆ ਜਦੋਂ ਕਿ ਸਾਡੇ ਕੋਲ ਡਾਟਾ ਜਿਹੜਾ ਹੈਗਾ ਬਹੁਤ ਵੱਡਾ ਦਿੱਤਾ ਗਿਆ ਹੋਵੇ। ਠੀਕ ਹੈ, ਚਲੋ ਆਓ ਵਿਦਿਆਰਥੀਓ ਹੁਣ ਅਸੀਂ ਚੱਲਦੇ ਹਾਂ ਆਪਣੇ ਅਗਲੇ ਸਵਾਲ ਵੱਲ। ਅਗਲੇ ਸਵਾਲ ਦੇ ਵਿੱਚ ਵਿਦਿਆਰਥੀਓ ਕੀ ਹੈ ਸਾਡੇ ਕੋਲ ਇੱਕ ਸਵਾਲ ਦਿੱਤਾ ਹੋਇਆ। ਠੀਕ ਹੈ ਜੀ, ਇਹਦੇ ਵਿੱਚ ਮੈਂ ਕੀ ਕਰਦਾ ਇੱਕ ਪਾਰਟਿਕੂਲਰ ਸਵਾਲ ਹੈ, ਡਾਟਾ ਆ, ਇਹਨੂੰ ਬੜੇ ਧਿਆਨ ਨਾਲ ਦੇਖਿਓ। ਇਹਦੇ ਵਿੱਚ ਗਿਣਤੀ ਜਿਹੜੀ ਹੈਗੀ ਆ ਮੈਂ ਲਿਖਦਾ ਹੈ 830। ਇਹ ਕੀ ਚੀਜ਼ ਹੈ, ਕਿਸੇ ਫੈਕਟਰੀ ਵਿੱਚ 30 ਮਜ਼ਦੂਰਾਂ ਨੂੰ, ਜਿਹੜੇ ਕੋਈ ਇੱਕ ਫੈਕਟਰੀ ਆ ਉਹਦੇ ਵਿੱਚ 30 ਮਜ਼ਦੂਰ ਨੇ ਟੋਟਲ ਗਿਣ ਕੇ, 30 ਮਜ਼ਦੂਰਾਂ ਦੀ ਹਫਤੇ ਦੀ ਆਮਦਨ ਜਿਹੜੀ ਹੈਗੀ ਲਿਖੀ ਹੋਈ ਹੈ, ਯਾਨੀ ਕਿ ਇੱਕ ਮਜ਼ਦੂਰ ਜਿਹੜਾ ਹੈਗਾ 830 ਰੁਪਏ ਕਮਾਉਂਦਾ ਹੈਗਾ ਆ। ਠੀਕ ਹੈ ਜੀ, ਇਸ ਤਰੀਕੇ ਨਾਲ 30 ਮਜ਼ਦੂਰਾਂ ਦੀ ਗਿਣਤੀ ਇੱਥੇ ਲਿਖੀ ਹੋਈ ਆ 830 835 890 810 835 836 869 845 898 890 820 860 832 833 855 845 804 808 812 840 885 835 835 836 878 840 868 890 806 ਤੇ 840। ਪਹਿਲਾਂ ਗਿਣਤੀ ਕਰ ਲਈਏ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30। ਇਹ ਕੁੱਲ ਕਿੰਨਿਆਂ ਦੀ ਗਿਣਤੀ ਹੈ ਜੀ, ਇਹ 30 ਜਣਿਆਂ ਦੀ ਗਿਣਤੀ ਆ। ਇਹ 30 ਮਜ਼ਦੂਰ ਨੇ ਜੀ। ਠੀਕ ਹੈ ਜੀ, ਇਹਨਾਂ 30 ਮਜ਼ਦੂਰਾਂ ਦੇ ਵਿੱਚ ਸਭ ਤੋਂ ਪਹਿਲਾਂ ਉਹਨੇ ਸਾਨੂੰ ਸਵਾਲ ਦੇ ਵਿੱਚ ਕੀ ਕਿਹਾ, ਕਿਸੇ ਫੈਕਟਰੀ ਦੇ ਵਿੱਚ ਆ ਮਜ਼ਦੂਰ ਨੇ ਜਿਹੜੇ ਹਫਤੇ ਦੇ ਵਿੱਚ ਇੰਨੇ ਪੈਸੇ ਕਮਾਉਂਦੇ ਨੇ। ਯਾਨੀ ਕਿ ਕੋਈ ਮਜ਼ਦੂਰ, ਇੱਕ ਪਹਿਲਾ ਮਜ਼ਦੂਰ ਹੈ ਜਿਹੜਾ 830 ਰੁਪਏ ਕਮਾਉਂਦਾ, ਅਗਲਾ 835, ਅਗਲਾ 890, ਓਵਰਟਾਈਮ ਵਗੈਰਾ ਲਗਾ ਕੇ ਜੋ ਵੀ ਉਹ ਮਿਹਨਤ ਕਰਦੇ ਨੇ ਉਹਦੇ ਵਿੱਚ ਇਹਨੇ ਲਿਖ ਦਿੱਤਾ। ਇਹਦੇ ਵਿੱਚ ਉਹਨੇ ਇਹ ਕਹਿਤਾ ਕਿ ਜਿਹੜੇ ਮਿਲਾਨ ਚਿੰਨ੍ਹ ਹੈ ਨਾ, ਮਿਲਾਨ ਚਿੰਨ੍ਹ ਜਿਹੜੇ ਹੈਗੇ ਨੇ ਉਹ ਕਹਿੰਦਾ ਕਿਸ ਢੰਗ ਨਾਲ ਲਗਾਣੇ ਹੈਗੇ ਨੇ, ਉਹ ਲਗਾਣੇ ਨੇ ਕਹਿੰਦਾ 800। ਇਹਦੇ ਵਿੱਚ ਦੇਖੋ ਜੀ ਤੁਸੀਂ ਕਿਸ ਢੰਗ ਨਾਲ ਤੁਹਾਡੇ ਮਿਲਾਨ ਚਿੰਨ੍ਹ ਅੰਤਰਾਲ ਬਣਦੇ ਨੇ। ਇਹਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਸਭ ਤੋਂ ਛੋਟਾ ਜਿਹੜਾ ਹੈਗਾ 804, ਯਾਨੀ ਕਿ 800 ਦੀ ਲਾਈਨ 'ਚ ਹੀ ਆ ਸਾਰੇ। ਠੀਕ ਹੈ ਜੀ, ਤੇ 890 ਜਿਹੜਾ ਹੈਗਾ ਉਹ ਲਗਭਗ ਵੱਡਾ ਸਭ ਤੋਂ ਨਜ਼ਰ ਆ ਰਿਹਾ ਆ। ਇਹਨੇ ਕਹਿੰਦਾ 800 ਤੋਂ ਲੈ ਕੇ 810 ਤੱਕ, ਇਦਾਂ ਫਿਰ 810 ਤੋਂ ਲੈ ਕੇ ਅੱਗੇ ਤੱਕ ਚੱਲਦੇ ਹੋਏ ਨੂੰ ਇਦਾਂ ਚੱਲਾਂਗੇ। ਠੀਕ ਹੈ, ਆਪਾਂ ਕੀ ਕਰਦੇ ਇੱਥੋਂ ਸਟਾਰਟ ਕਰ ਦਿੰਦੇ ਆ 800 ਤੋਂ ਲੈ ਕੇ 810, 810 ਤੋਂ ਲੈ ਕੇ 820, 820 ਤੋਂ ਲੈ ਕੇ 830, 830 ਤੋਂ ਲੈ ਕੇ 840, 840 ਤੋਂ ਲੈ ਕੇ 850, 850 ਤੋਂ ਲੈ ਕੇ 860, 860 ਤੋਂ ਲੈ ਕੇ 870 ਤੇ 870 ਤੋਂ ਲੈ ਕੇ 880, 880 ਤੋਂ ਲੈ ਕੇ 890। ਮੇਰੇ ਖਿਆਲ ਨਾਲ 890 ਤੱਕ ਹੀ ਆ। ਠੀਕ ਹੈ ਜੀ, ਇਹਦੇ ਵਿੱਚ ਆਪਣੇ ਕੋਲ ਅਸੀਂ 890 ਤੋਂ ਲੈ ਕੇ 900 ਤੱਕ ਵੀ ਇਹਨੂੰ ਲਿਖ ਦਿੰਦੇ ਆ। ਠੀਕ ਹੈ ਜੀ, ਆ ਚੀਜ਼ ਆ ਜੀ। ਹੁਣ ਇਹਨਾਂ ਦੇ ਮਿਲਾਨ ਚਿੰਨ੍ਹ ਵਾਸਤੇ ਮੈਂ ਥੋੜੀ ਜਿਹੀ ਲਾਈਨ ਲਗਾਉਂਦਾ ਕਿਉਂਕਿ ਆંકੜੇ ਜ਼ਿਆਦਾ ਨੇ, ਇਸ ਕਰਕੇ ਆਪਾਂ ਉਸ ਤੋਂ ਬਾਅਦ ਇਹਦੀ ਬਾਰੰਬਾਰਤਾ ਜਿਹੜੀ ਹੈਗੀ ਇਹਨੂੰ ਆਪਾਂ ਇੱਥੇ ਅਲੱਗ ਲਿਖ ਲਾਂਗੇ। ਠੀਕ ਹੈ, ਇਸ ਤੇ ਸਾਡੇ ਕੋਲ ਆ ਜਾਏਗੀ ਵਿਦਿਆਰਥੀਓ
ਬਾਰਤਾ ਬਾਰੰਬਾਰਤਾ ਆ ਜਾਏਗੀ। ਇੱਥੇ ਆ ਜਾਣਗੇ ਸਾਡੇ ਮਿਲਾਨ ਚਿੰਨ। ਚਲੋ ਮਿਲਾਨ ਚਿੰਨ ਦੇ ਨਾਲ ਆਪਾਂ ਦਬਾ ਦਬ ਹੁਣ ਜਿਹੜਾ ਕਰਕੇ ਇਹਨੂੰ ਕੋਸ਼ਿਸ਼ ਕਰਦੇ ਹਾਂ ਕਰਨ ਦੀ। ਸਭ ਤੋਂ ਪਹਿਲਾਂ 830 ਕਿੱਥੇ ਆਏਗਾ ਜੀ? ਲੋਅਰ ਟਰਮ ਤੇ। 835 ਫਿਰ ਇੱਥੇ ਆਏਗਾ। 890 ਹੇਠਾਂ ਵਾਲੇ ਚ। 810 ਇੱਧਰ ਆਏਗਾ ਜੀ। 835 ਇੱਥੇ ਆਏਗਾ ਜੀ। 836 ਫਿਰ ਇੱਥੇ ਆਏਗਾ ਜੀ। 869 ਇੱਥੇ ਆਏਗਾ ਜੀ। 845 ਇੱਥੇ ਆਏਗਾ ਜੀ। 898 ਇੱਧਰ ਆਏਗਾ ਜੀ। 890 ਫਿਰ ਇੱਥੇ ਆਏਗਾ। 820 ਹੇਠਾਂ ਵਾਲੇ ਚ। 860 ਹੇਠਾਂ ਵਾਲੇ ਚ। 832 30 ਤੋਂ 40 ਦੇ ਵਿੱਚ। ਸੌਰੀ ਦੇਖੋ ਇੱਥੇ ਗੜਬੜ ਹੋ ਗਈ ਸੀ, ਇਦਾਂ ਕਰਨਾ ਜੀ। 833 ਫਿਰ ਇੱਥੇ ਹੋਏਗਾ ਜੀ। 855 ਇੱਧਰ ਆਏਗਾ ਜੀ। 845 40 ਤੋਂ 50 ਦੇ ਵਿਚਕਾਰ। 804 ਪਹਿਲੇ ਨੰਬਰ ਤੇ ਜੀ। 808 ਪਹਿਲੇ ਨੰਬਰ ਤੇ ਜੀ। 812 ਦੂਸਰੇ ਨੰਬਰ ਤੇ। 840 40 ਤੋਂ 50 ਤੇ। 885 ਦੇਖੋ ਜੀ 80 ਤੋਂ 90 ਦੇ ਵਿੱਚ। 835 30 ਤੋਂ 40 ਦੇ ਵਿੱਚ। ਫਿਰ 835 30 ਤੋਂ 40 ਦੇ ਵਿੱਚ। 836 30 ਤੋਂ 40 ਦੇ ਵਿੱਚ। 878 70 ਤੋਂ 80 ਦੇ ਵਿੱਚ। ਫਿਰ 878 ਹੋ ਗਈ ਸੌਰੀ ਹੁਣ 840 ਜਿਹੜਾ ਹੈਗਾ ਉਹ ਆ ਗਿਆ ਆਪਣੇ ਕੋਲ 40 ਤੋਂ 50 ਦੇ ਵਿੱਚ। 868 ਕਿੱਧਰ ਆ ਜਾਏਗਾ ਜੀ। 890 ਲਾਸਟ ਚ ਆਏਗਾ। 806 ਫਸਟ ਚ ਆਏਗਾ। ਫਿਰ 840 ਜਿਹੜਾ ਹੈਗਾ ਹੇਠਲੇ ਦੇ ਵਿੱਚ ਆਏਗਾ ਇੱਧਰਲੇ ਪਾਸੇ। ਠੀਕ ਹੈ ਜੀ। ਇਹਨਾਂ ਦੀ ਬਾਰੰਬਾਰਤਾ ਨੂੰ ਅਸੀਂ ਕਾਊਂਟ ਕਰ ਲੈਂਦੇ ਆ, ਜੋੜ ਲੈਂਦੇ ਆ। ਪਹਿਲੇ ਨੰਬਰ 'ਚ ਆਏਗਾ ਜੀ 3, ਦੂਜੇ ਨੰਬਰ 'ਚ 2, ਤੀਜੇ ਨੰਬਰ 'ਚ 1, ਫਿਰ 5 ਤੇ 4 9 ਇਹ ਆ ਜਾਏਗਾ ਜੀ। 5 ਇਹ ਆ ਜਾਏਗਾ ਜੀ। 1 ਇਹ ਆ ਜਾਏਗਾ ਜੀ। 3 1 1 4। ਠੀਕ ਹੈ ਜੀ। ਇਹਨਾਂ ਨੂੰ ਕਾਊਂਟ ਕਰਦੇ ਆ ਜੀ। 3 ਤੇ 2 5, 5 ਤੇ 1 6, 6 ਤੇ 9 15, 15 ਤੇ 5 20, 20 ਤੇ 1 21 ਤੇ 3 24, 24 ਤੇ 6 30 ਜਿਹੜੇ ਹੈਗੇ ਆ ਉਹ ਸਾਡੇ ਕੋਲ ਇੱਕ ਬਾਰੰਬਾਰਤਾ ਸਾਰਣੀ ਬਣ ਜਾਂਦੀ ਹੈ। ਸੋ ਪਿਆਰੇ ਵਿਦਿਆਰਥੀਓ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ, ਇਸ ਬਾਰੰਬਾਰਤਾ ਸਾਰਣੀ ਨੂੰ ਇੱਕ ਆਲੇਖ ਦੇ ਵਿੱਚ ਯਾਨੀ ਕਿ ਇੱਕ ਗ੍ਰਾਫ ਦੇ ਵਿੱਚ ਬੜੇ ਵਧੀਆ ਤਰੀਕੇ ਦੇ ਨਾਲ ਤੁਸੀਂ ਜਿਹੜਾ ਹੈਗਾ ਇਹਨੂੰ ਦਰਸਾ ਸਕਦੇ ਹੋ। ਅਸੀਂ 800 ਤੋਂ ਸ਼ੁਰੂ ਕੀਤਾ, ਇਸ ਕਰਕੇ ਇੱਥੇ ਯਾਦ ਰੱਖਣਾ ਹੈ ਸਿਫਰ ਤੋਂ ਸ਼ੁਰੂ ਹੁੰਦਾ ਹੈ, ਇਹਨੂੰ ਬ੍ਰੇਕ ਦੇਣੀ ਹੈ ਇੱਥੇ। ਇਸ ਕਰਕੇ ਇੱਥੇ ਆਪਾਂ ਲਿਖ ਦਿੰਦੇ 800, ਇਹ ਆ ਗਿਆ ਜੀ 810, 820, 830, 840, 850, 860, 870, 880, 890 ਤੇ ਲਾਸਟ ਦੇ ਵਿੱਚ ਜਾਏਗਾ ਜੀ ਸਾਡੇ ਕੋਲ 900। ਠੀਕ ਹੈ। ਅੱਛਾ, ਇਧਰਲੇ ਪਾਸੇ ਆਪਣੇ ਕੋਲ 10 ਤੱਕ ਹੀ ਹੈ ਜੀ, ਇਸ ਕਰਕੇ ਆਪਾਂ ਇਹਨੂੰ 1 2 3 4 5 6 7 8 9 ਤੇ 10 ਤੱਕ ਲਿਖ ਸਕਦੇ ਹਾਂ। ਦੇਖੋ ਜੀ 800 ਤੋਂ 810 ਤੱਕ 3 ਆ ਪਹਿਲਾ ਹੋ ਗਿਆ ਜੀ। 810 ਤੋਂ ਲੈ ਕੇ 820 ਤੱਕ 2 ਇਹ ਦੂਸਰਾ ਹੋ ਗਿਆ ਜੀ। 820 ਤੋਂ 830 ਤੱਕ 1 ਲਓ ਜੀ, ਇੱਕ ਤਾਂ ਇੱਥੇ ਆ ਗਿਆ ਜੀ, ਥੱਲੇ ਆ ਗਿਆ। ਠੀਕ ਹੈ ਜੀ। ਉਸ ਤੋਂ ਬਾਅਦ 840 ਤੋਂ 830 ਤੋਂ 840 ਤੱਕ 9, 830 ਤੋਂ ਲੈ ਕੇ 840 ਤੱਕ 9 ਲਗਭਗ ਇੱਥੇ ਆ ਜਾਏਗਾ ਜੀ। ਠੀਕ ਹੈ ਜੀ। 840 ਤੋਂ 850 ਤੱਕ 5 850 ਤੋਂ ਲੈ ਕੇ 860 ਤੱਕ 1 ਇਹ ਵੀ ਇੱਥੇ ਆਏਗਾ ਜੀ। ਠੀਕ ਹੈ ਜੀ। 860 ਤੋਂ ਲੈ ਕੇ 870 ਤੱਕ 3 ਇਹ ਇੱਥੇ ਆਏਗਾ ਜੀ। 870 ਤੋਂ ਲੈ ਕੇ 880 ਤੱਕ 1 ਫਿਰ ਆਪਣੇ ਕੋਲ 1 ਤੇ ਲਾਸਟ ਦੇ ਵਿੱਚ 890 ਤੋਂ 900 ਤੱਕ ਆਪਣੇ ਕੋਲ 4 ਆਣਗੇ ਤੇ ਉਹ ਲਗਭਗ ਇੱਥੇ ਆਏਗਾ। ਸੋ ਵਿਦਿਆਰਥੀਓ, ਇਹ ਸਾਡੇ ਕੋਲ ਜਿਹੜਾ ਹੈਗਾ ਉਹ ਆંકੜਿਆਂ ਦਾ ਪ੍ਰਬੰਧਨ ਹੈ। ਇਹਦੇ ਵਿੱਚ ਬਸ ਆਪਾਂ ਕੀ ਯਾਦ ਰੱਖਣਾ, ਇਹ ਸਾਡੇ ਕੋਲ ਵਰਗ ਅੰਤਰਾਲ ਹੈ। ਠੀਕ ਹੈ ਜੀ। ਯਾਨੀ ਕਿ ਜਿਹੜੀ ਉਹਨਾਂ ਦੀ ਸੈਲਰੀ ਆ, ਯਾਨੀ ਕਿ ਉਹਨਾਂ ਦੀ ਆਮਦਨੀ ਜਿਹੜੀ ਹੈਗੀ ਆ, ਉਹ ਚੀਜ਼ ਨੂੰ ਆਪਾਂ ਇਧਰਲੇ ਪਾਸੇ ਲਿਖਿਆ ਤੇ ਇਧਰਲੇ ਪਾਸੇ ਆਪਾਂ ਕੀ ਰਿਪਰੈਜ਼ੈਂਟ ਕੀਤਾ, ਉਹਦੀ ਗਿਣਤੀ ਨੂੰ ਰਿਪਰੈਜ਼ੈਂਟ ਕੀਤਾ। ਤੇ ਸਾਡੇ ਕੋਲ ਜਿਹੜਾ ਹੈਗਾ ਆ ਇਹ ਪ੍ਰੋਪਰ ਇੱਕ ਦੇਖਣ ਵਾਲੀ ਚੀਜ਼ ਜਿਹੜੀ ਕੰਪਲਿਕੇਟਡ ਸੀ, ਉਹ ਜਿਹੜੀ ਹੈਗੀ ਸਭ ਤੋਂ ਸਿੰਪਲ ਹੋ ਗਈ। ਹੁਣ ਇਹਦੇ ਵਿੱਚ ਜਦੋਂ ਮੇਰੇ ਕੋਲ ਇਹ ਚੀਜ਼ ਆ ਗਈ, ਇਹਦੇ ਵਿੱਚ ਮੈਨੂੰ ਸਵਾਲ ਪੁੱਛੇ ਜਾ ਸਕਦੇ ਨੇ। ਮੈਨੂੰ ਪੁੱਛਿਆ ਗਿਆ ਕਿ ਇਹ ਦੱਸੋ ਜੀ ਸਭ ਤੋਂ ਵੱਧ ਸੈਲਰੀ ਜਿਹੜੀ ਹੈਗੀ ਆ ਉਹ ਕਿੰਨੇ ਜਣਿਆਂ ਦੀ ਆ।
ਸਭ ਤੋਂ ਵੱਧ ਸੈਲਰੀ ਜਿਹੜੀ ਹੈਗੀ ਆ ਮਤਲਬ 900 ਰੁਪਏ ਜਿਹੜੀ ਸੈਲਰੀ ਉਹ ਕਿੰਨੇ ਜਣਿਆਂ ਦੀ ਆਈ 4 ਜਣਿਆਂ ਦੀ ਆਈ ਆ ਠੀਕ ਹੈ ਜੀ ਉਹਦੇ ਵਿੱਚ ਉਹ ਪੁੱਛਦਾ ਕਿ ਸਭ ਤੋਂ ਵੱਡਾ ਮਜ਼ਦੂਰ ਵਰਗ ਕਿਹੜਾ ਜਿਹੜਾ ਹੈਗਾ ਆ ਉਹ ਕਿੰਨੀ ਤਨਖਾਹ ਲੈ ਰਿਹਾ ਹੈ ਠੀਕ ਹੈ ਜੀ 9 ਬੰਦੇ ਹੈਗੇ ਨੇ ਜਿਹੜੇ ਕਿੰਨੀ ਤਨਖਾਹ ਲੈਂਦੇ ਪਏ ਨੇ 830 ਤੋਂ ਲੈ ਕੇ 840 ਦੇ ਵਿਚਕਾਰ ਜਿਹੜੇ ਹੈਗੇ ਨੇ ਉਹ ਆਪਾਂ ਗੱਲ ਕਰਦੇ ਹਾਂ ਠੀਕ ਹੈ ਜੀ ਸੋ ਇਸ ਢੰਗ ਦੇ ਨਾਲ ਹੋਰ ਵੀ ਬਹੁਤ ਸਾਰੇ ਸਵਾਲ ਬਣਦੇ ਨੇ ਜਿਵੇਂ ਕੀ ਕਹਿ ਸਕਦੇ ਹਾਂ ਜੀ ਕਿੰਨੇ ਵਿਦਿਆਰਥੀ ਨੇ ਜੀ ਕਿੰਨੇ ਵਿਦਿਆਰਥੀ ਬੋਲਤਾ ਸੌਰੀ ਕਿੰਨੇ ਮਜ਼ਦੂਰ ਨੇ ਜੀ ਜਿਹੜੇ 850 ਤੋਂ ਉੱਪਰ ਦੀ ਤਨਖਾਹ ਵੱਧ ਤਨਖਾਹ ਲੈਂਦੇ ਨੇ 850 ਤੇ 850 ਤੋਂ ਵੱਧ ਤਨਖਾਹ ਲੈਣ ਵਾਲੇ ਵਿਦਿਆਰਥੀ ਸਟੂਡੈਂਟ ਜਿਹੜੇ ਫਿਰ ਸਟੂਡੈਂਟ ਦਿੱਕਤ ਰਿਹਾ ਮੂੰਹ ਚ ਸੌਰੀ ਜਿਹੜੇ ਮਜ਼ਦੂਰ ਨੇ ਉਹ ਇੰਨੇ ਨੇ ਕਿੰਨੇ ਨੇ ਜੀ 850 ਤੋਂ ਵੱਧ ਤਨਖਾਹ ਲੈਣ ਵਾਲੇ 4 5 6 7 8 9 10 ਮਜ਼ਦੂਰ ਨੇ ਜਿਹੜੇ 850 ਤੋਂ ਵੱਧ ਤਨਖਾਹ ਲੈਂਦੇ ਨੇ ਤੇ ਇਹਦਾ ਮਤਲਬ ਇਹ ਹੋਇਆ ਕਿ ਉਹ ਤੋਂ ਘੱਟ ਤਨਖਾਹ ਲੈਣ ਵਾਲੇ ਕਿੰਨੇ ਨੇ ਉਹ 20 ਮਜ਼ਦੂਰ ਨੇ ਜਿਹੜੇ ਉਹ ਤੋਂ ਘੱਟ ਤਨਖਾਹ ਜਿਹੜੇ ਹੈਗੇ ਆ ਉਹ ਲੈਂਦੇ ਆ ਠੀਕ ਹੈ ਸੋ ਪਿਆਰੇ ਵਿਦਿਆਰਥੀਓ ਇਸ ਢੰਗ ਨਾਲ ਅਸੀਂ ਦੇਖਿਆ ਕਿ ਅਸੀਂ ਜਿਹੜਾ ਆંકੜਿਆਂ ਦਾ ਪ੍ਰਬੰਧਨ ਹੈਗਾ ਆ ਉਹਦੇ ਨਾਲ ਅਸੀਂ ਬਹੁਤ ਮੁਸ਼ਕਿਲ ਜਿਹੜੇ ਦਿਖਣ ਵਾਲੇ ਆંકੜਿਆਂ ਨੂੰ ਆਪਣੇ ਉਹਨਾਂ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਸੰਗਠਿਤ ਕਰਕੇ ਉਹਨਾਂ ਦਾ ਵਰਗੀਕਰਨ ਕਰਕੇ ਅਸੀਂ ਆਪਣੇ ਸਵਾਲਾਂ ਨੂੰ ਜਿਹੜਾ ਹੈਗਾ ਆ ਉਹ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਸੋ ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਆંકੜਿਆਂ ਦਾ ਸੰਗਠਨ ਦੇਖਿਆ ਆંકੜਿਆਂ ਦਾ ਵਰਗੀਕਰਨ ਦੇਖਿਆ ਤੇ ਦੇਖਿਆ ਕਿ ਕਿਵੇਂ ਇੱਕ ਕੰਪਲਿਕੇਟਡ ਦਿਖਣ ਵਾਲੇ ਜਿਹੜੇ ਆંકੜਿਆਂ ਦਾ ਸਮੂਹ ਹੈ ਉਹਨੂੰ ਆਪਾਂ ਵਰਗੀਕ੍ਰਿਤ ਕਰਕੇ ਕਿਵੇਂ ਅਸੀਂ ਸੌਖੇ ਢੰਗ ਦੇ ਨਾਲ ਜਿਹੜਾ ਹੈਗਾ ਉਹਨੂੰ ਰਿਪਰੈਜ਼ੈਂਟ ਕਰਕੇ ਆਪਣੇ ਸਵਾਲਾਂ ਦੇ ਜਵਾਬ ਦੇ ਸਕਦੇ ਹਾਂ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਇਹ ਲੈਕਚਰ ਸਮਝ ਲੱਗਿਆ ਹੋਵੇਗਾ